ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੈਰਾ ਰਚਨਾ 'ਤੇ ਵਿਚਾਰ ਚਰਚਾ ਕਰਾਂਗੇ। ਸੋ ਪੈਰਾ ਰਚਨਾ ਕੀ ਹੁੰਦੀ ਹੈ, ਪੈਰਾ ਰਚਨਾ ਕਿਸ ਤਰ੍ਹਾਂ ਕਰਨੀ ਹੈ, ਪੈਰਾ ਰਚਨਾ ਕਰਨ ਦੇ ਲਈ ਕਿਹੜੇ ਨਿਯਮ ਨੇ, ਕਿਹੜੇ ਨੇਮ ਨੇ ਜਿਨ੍ਹਾਂ ਨੂੰ ਅਸੀਂ ਅਪਣਾ ਕੇ ਇੱਕ ਚੰਗੀ ਪੈਰਾ ਰਚਨਾ ਕਰ ਸਕਦੇ ਹਾਂ। ਸੋ ਉਹਦੇ 'ਤੇ ਵਿਚਾਰ ਚਰਚਾ ਕਰਾਂਗੇ। ਸਾਡੇ ਕੋਲ ਸਾਈਬਰ ਅਪਰਾਧ ਦਾ ਇੱਕ ਪੈਰਾ ਹੈ। ਇਸੇ ਤਰ੍ਹਾਂ ਹੀ ਦੂਸਰੇ ਪਾਸੇ ਘਰ ਅਤੇ ਰੁੱਖ ਨਾਲ ਸੰਬੰਧਿਤ ਇੱਕ ਪੈਰਾ ਸ਼ੁਰੂ 'ਚ ਆਰੰਭ ਹੋਇਆ, ਅਖੀਰ 'ਤੇ ਖਤਮ ਹੋਇਆ। ਇਹਦੇ ਵਿੱਚ ਕੋਈ ਹੋਰ ਪੈਰਾ ਨਹੀਂ ਹੈ। ਸੋ ਇਹ ਦੋ ਪੈਰੇ ਨੇ। ਇਸੇ ਤਰ੍ਹਾਂ ਹੀ ਮਨੋਰੰਜਨ 'ਤੇ ਲਿਖਿਆ ਗਿਆ। ਇਹ ਤੁਹਾਡੀ ਪਾਠ ਪੁਸਤਕ ਜਿਹੜੀ 11ਵੀਂ ਜਮਾਤ ਹੈ, ਉਹਦੇ ਲਾਜ਼ਮੀ ਪੰਜਾਬੀ ਦੀ ਜਿਹੜੀ ਪਾਠ ਪੁਸਤਕ ਹੈ, ਉਹਦੇ ਵਿੱਚ ਇਹ ਪੈਰੇ ਨੇ। ਮਨੋਰੰਜਨ ਹੈ, ਸਾਈਕਲ ਦੀ ਵਰਤੋਂ ਹੈ। ਸੋ ਇਹ ਮਿਸਾਲ ਦੇ ਵਜੋਂ ਅਸੀਂ ਦੇਖ ਸਕਦੇ ਹਾਂ। ਵੱਡੀ ਗੱਲ ਇਹ ਹੈ ਕਿ ਪੈਰਾ ਰਚਨਾ ਵਾਰਤਕ ਸਾਹਿਤ ਦਾ ਬਹੁਤ ਬੁਨਿਆਦੀ ਆਧਾਰ ਹੈ। ਜਿਸ ਨੂੰ ਪੈਰਾ ਰਚਨਾ ਕਰਨੀ ਆ ਗਈ, ਉਹ ਵਾਰਤਕ ਦੇ ਦੂਸਰੇ ਸਾਹਿਤ ਰੂਪਾਂ 'ਤੇ ਉਹ ਪਕੜ ਆਪਣੀ ਮਜ਼ਬੂਤ ਕਰ ਸਕਦਾ। ਸੋ ਪੈਰਾ ਰਚਨਾ ਕਰਨ ਦੇ ਲਈ ਕੁਝ ਇੱਕ ਨਿਯਮ ਅਸੀਂ ਅਪਣਾ ਸਕਦੇ ਹਾਂ ਇੱਕ ਚੰਗੀ ਪੈਰਾ ਰਚਨਾ ਕਰਨ ਦੇ ਲਈ। ਔਰ ਸਭ ਤੋਂ ਪਹਿਲਾਂ ਸਾਨੂੰ ਪੈਰਾ ਰਚਨਾ ਨੂੰ ਸਮਝਣਾ ਪਏਗਾ ਕਿ ਹੁੰਦੀ ਕੀ ਹੈ। ਇਹ ਵਾਰਤਕ ਰਚਨਾ ਹੈ। ਇਹ ਛੋਟੀ ਤੋਂ ਛੋਟੀ ਸਾਡੇ ਕੋਲ ਇੱਕ ਲਿਖਤੀ ਵਾਰਤਕ ਰਚਨਾ ਹੈ ਜਾਂ ਸੁਤੰਤਰ ਰਚਨਾ ਹੈ, ਜਿਹੜੀ 150-200 ਦੇ ਕਰੀਬ ਸ਼ਬਦਾਂ ਦੇ ਵਿੱਚ ਅਸੀਂ ਕਰਨੀ ਹੁੰਦੀ ਹੈ। ਸੋ ਕਹਿਣ ਦਾ ਭਾਵ, ਕਿਸੇ ਵਾਰਤਕ ਰਚਨਾ ਦੇ ਵਿੱਚ ਜਦੋਂ ਅਸੀਂ ਪੈਰੇ ਲਿਖਦੇ ਹਾਂ ਤਾਂ ਉਹ ਪੈਰਾ 150-200 ਸ਼ਬਦਾਂ ਤੋਂ ਜਦੋਂ ਜ਼ਿਆਦਾ ਵੱਧ ਜਾਂਦਾ ਹੈ ਤਾਂ ਉਹ ਅਕਾਊ ਬਣ ਜਾਂਦਾ। ਸੋ ਸੰਖੇਪ ਹੋਣਾ ਚਾਹੀਦਾ ਔਰ ਇੱਕ ਪੈਰੇ ਦੇ ਵਿੱਚ ਇੱਕ ਹੀ ਵਿਸ਼ਾ ਜਾਂ ਇੱਕ ਹੀ ਮੁੱਖ ਨੁਕਤਾ ਹੋਣਾ ਚਾਹੀਦਾ। ਕਹਿਣ ਦਾ ਭਾਵ ਕਿ ਪੈਰਾ ਰਚਨਾ ਦੇ ਵਿਧਾਨ ਦੇ ਵਿੱਚ ਬਹੁਤੇ ਨੁਕਤੇ ਸਮੇਟਣ ਦੀ ਸਮਰੱਥਾ ਨਹੀਂ ਹੁੰਦੀ। ਇੱਕ ਪੈਰੇ ਦੇ ਵਿੱਚ ਇੱਕ ਹੀ ਮੁੱਖ ਵਿਸ਼ਾ, ਮੁੱਖ ਸਮੱਸਿਆ ਜਾਂ ਮੁੱਖ ਪੱਖ ਜਾਂ ਮੁੱਖ ਨੁਕਤਾ ਲੈਣਾ ਹੁੰਦਾ ਹੈ। ਪੈਰਾ ਰਚਨਾ ਦੀ ਅਗਲੀ ਖਾਸੀਅਤ ਹੈ ਕਿ ਬਹੁਤ ਸੰਖੇਪ ਹੁੰਦੀ ਹੈ, ਗੁੰਦਵੀਂ ਹੁੰਦੀ ਹੈ, ਸਪਸ਼ਟ ਹੁੰਦੀ ਹੈ ਔਰ ਇਸ ਦਾ ਰੂਪ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਕੁੱਜੇ 'ਚ ਸਮੁੰਦਰ ਬੰਦ ਕੀਤਾ ਹੋਵੇ। ਇੱਕ ਪੈਰੇ ਦੇ ਵਿੱਚ ਹੀ ਲਿਖੀ ਜਾਂਦੀ ਹੈ। ਪੈਰਾ ਰਚਨਾ ਦੇ ਵਿੱਚ ਕਦੇ ਵੀ ਦੂਸਰਾ ਤੀਸਰਾ ਪੈਰਾ ਨਹੀਂ ਬਣਦਾ। ਜਦੋਂ ਸ਼ੁਰੂ ਹੋਇਆ, ਅਖੀਰ 'ਤੇ ਖਤਮ ਹੋਇਆ, ਦੂਸਰਾ ਪੈਰਾ ਨਹੀਂ ਆਉਂਦਾ। ਪੈਰਾ ਰਚਨਾ ਦੇ ਵਿੱਚ ਇੱਕ ਹੀ ਪੈਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਹੁੰਦਾ ਹੈ। ਔਰ ਅੱਗੇ ਵੀ ਗੱਲ ਕੀਤੀ ਹੈ ਕਿ ਪੈਰਾ ਰਚਨਾ ਵਾਰਤਕ ਸਾਹਿਤ ਦੇ ਰੂਪਾਂ ਦਾ ਬੁਨਿਆਦੀ ਆਧਾਰ ਹੈ। ਲੇਖ ਲਿਖਣਾ ਹੋਵੇ ਤਾਂ ਵੀ ਉਹਦੇ ਵਿੱਚ ਪੈਰਾ ਰਚਨਾ ਹੁੰਦੀ ਹੈ। ਸਵੈ ਜੀਵਨੀ ਲਿਖਣੀ ਹੈ, ਜੀਵਨੀ ਲਿਖਣੀ ਹੈ, ਸਫ਼ਰਨਾਮਾ ਲਿਖਣਾ ਹੈ, ਡਾਇਰੀ ਲਿਖਣੀ ਹੈ ਤਾਂ ਉਹਦੇ ਵਿੱਚ ਪੈਰਾ ਰਚਨਾ ਆਪਣੇ ਆਪ 'ਚ ਹੀ ਆਉਂਦੀ ਹੈ। ਸੋ ਹਰ ਵਾਰਤਕ ਸਾਹਿਤ ਰੂਪ ਦਾ ਆਧਾਰ ਹੈ ਇਹ ਸਾਡੀ ਪੈਰਾ ਰਚਨਾ। ਸੋ ਸਾਈਬਰ ਅਪਰਾਧ 'ਤੇ ਇਹ ਵਿਸ਼ਾ ਲਿਆ ਗਿਆ ਹੈ। ਸਾਈਬਰ ਅਪਰਾਧ ਹੁੰਦਾ ਕੀ ਹੈ, ਕਿਉਂ ਹੋ ਰਿਹਾ, ਕਿਵੇਂ ਰੋਕਿਆ ਜਾ ਸਕਦਾ। ਨੁਕਤਾ ਇੱਕ ਲਿਆ, ਇੱਕ ਨੁਕਤੇ 'ਤੇ ਇਹ ਪੈਰਾ ਰਚਨਾ ਸ਼ੁਰੂ ਤੋਂ ਅੰਤ ਤੱਕ, ਇਹਦੇ ਵਿੱਚ ਕੋਈ ਵੀ ਦੂਸਰਾ ਪੈਰਾ ਨਹੀਂ ਹੈ। ਇਸੇ ਤਰ੍ਹਾਂ ਹੀ ਘਰ ਅਤੇ ਰੁੱਖ 'ਤੇ ਗੱਲ ਕੀਤੀ ਗਈ ਹੈ। ਘਰ ਤੋਂ ਸ਼ੁਰੂ ਹੋ ਕੇ ਅਖੀਰ 'ਤੇ ਇੱਕ ਪੈਰੇ ਦੇ ਵਿੱਚ ਇਸ ਨੂੰ ਸਮੇਟਿਆ ਗਿਆ। ਸੋ ਇਹ ਵੀ ਇੱਕ ਪੈਰੇ ਦੀ ਮਿਸਾਲ ਹੈ। ਇਸੇ ਤਰ੍ਹਾਂ ਹੀ ਪੈਰਾ ਰਚਨਾ ਦਾ ਇੱਕ ਜਿਹੜਾ ਚੌਖਟਾ ਢਾਂਚਾ ਕਿੱਦਾਂ ਦਾ ਕਿ ਆਰੰਭ ਹੋਇਆ, ਅਸੀਂ ਆਪਣੀ 150-200 ਸ਼ਬਦਾਂ ਦੇ ਵਿੱਚ ਜਿਹੜੀ ਗੱਲ ਕਰਨੀ ਉਹ ਕੀਤੀ, ਜਿਸ ਨੁਕਤੇ 'ਤੇ ਗੱਲ ਕਰਨੀ ਸੀ, ਅਤੇ ਅਖੀਰ 'ਤੇ ਪੈਰਾ ਖਤਮ ਹੋ ਜਾਂਦਾ। ਦੂਸਰਾ ਪੈਰਾ ਨਹੀਂ ਹੁੰਦਾ। ਇਹ ਇੱਕ ਪੈਰਾ ਹੈ, ਆਰੰਭ ਅਤੇ ਅੰਤ। ਇਸੇ ਤਰ੍ਹਾਂ ਹੀ ਅਸੀਂ ਇਸ ਪਾਸੇ ਦੇ ਸਕਦੇ ਹਾਂ ਕਿ ਦੋ ਪੈਰੇ ਹੋਣਗੇ। ਇਸ ਵਿੱਚ ਇਹ ਪਹਿਲਾ ਪੈਰਾ ਹੈ, ਆਰੰਭ ਅੰਤ, ਇੱਕ ਪੈਰਾ ਹੋ ਗਿਆ। ਦੂਸਰਾ ਪੈਰਾ ਆਰੰਭ ਅਤੇ ਅੰਤ, ਇਹ ਦੋ ਪੈਰੇ ਨੇ। ਲੇਕਿਨ ਜਿਹੜੀ ਪੈਰਾ ਰਚਨਾ ਹੈ, ਪੈਰਾ ਰਚਨਾ ਦੇ ਵਿੱਚ ਬੇਸਿਕ ਬੁਨਿਆਦੀ ਗੱਲ ਇਹ ਹੈ ਕਿ ਇੱਕ ਹੀ ਪੈਰਾ ਹੁੰਦਾ ਹੈ, ਦੋ ਪੈਰੇ ਨਹੀਂ ਹੁੰਦੇ। ਜਿਵੇਂ ਇੱਕ ਪੈਰਾ ਹੈ, ਇਹ ਬਿਲਕੁਲ ਸਹੀ ਅਤੇ ਦਰੁਸਤ ਹੋਏਗਾ। ਜਿੱਥੋਂ ਰਚਨਾ ਸ਼ੁਰੂ ਹੋਈ, ਅਖੀਰ 'ਤੇ ਖਤਮ ਹੋਈ, ਉਸ ਦੇ ਵਿੱਚ ਕੋਈ ਹੋਰ ਪੈਰਾ ਨਹੀਂ ਆਉਂਦਾ। ਸੋ ਇਸੇ ਤਰ੍ਹਾਂ ਅਸੀਂ ਪੈਰਾ ਰਚਨਾ ਨੂੰ ਜਦੋਂ ਅਸੀਂ ਇਹਦੇ ਵੱਖਰੇ ਵੱਖਰੇ ਪਹਿਲੂ ਸਮਝਦੇ ਹਾਂ ਅਤੇ ਪੈਰਾ ਰਚਨਾ ਦੀ ਪਰਿਭਾਸ਼ਾ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਕਿਸੇ ਇੱਕ ਵਿਸ਼ੇ, ਨੁਕਤੇ ਜਾਂ ਸਮੱਸਿਆ ਨੂੰ
ਜਦੋਂ ਇੱਕੋ ਪੈਰੇ ਵਿੱਚ ਸੰਖੇਪ, ਗੁੰਦਵੇਂ ਅਤੇ ਸੰਜਮੀ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ ਤਾਂ ਅਜਿਹੀ ਵਾਰਤਕ ਰਚਨਾ ਨੂੰ ਪੈਰਾ ਰਚਨਾ ਕਿਹਾ ਜਾਂਦਾ ਹੈ। ਇਹ ਆਮ ਸਮਝ ਦੇ ਵਿੱਚ ਇਹ ਸਾਨੂੰ ਪੈਰਾ ਰਚਨਾ ਬਾਰੇ ਸੋਝੀ ਹੋਣੀ ਜ਼ਰੂਰੀ ਹੈ। ਪੈਰਾ ਰਚਨਾ ਦੇ ਕੁਝ ਇੱਕ ਅਭਿਆਸ ਨੇ। ਮੰਨ ਲਓ ਟੌਪਿਕ ਵਿਸ਼ਾ ਜਿਹੜਾ ਸਾਡਾ ਹੈ ਉਹ ਮਨੋਰੰਜਨ ਹੈ। ਸੋ ਮਨੋਰੰਜਨ 'ਤੇ ਅਸੀਂ ਪੈਰਾ ਰਚਨਾ ਕਿਵੇਂ ਕਰਨੀ ਹੈ ਕਿ ਸਭ ਤੋਂ ਪਹਿਲਾਂ ਮਨੋਰੰਜਨ ਸੰਕਲਪ ਨੂੰ ਸਪਸ਼ਟ ਕਰੋ ਕਿ ਮਨੋਰੰਜਨ ਹੈ ਕੀ ਹੈ, ਕਿਹਨੂੰ ਕਹਿੰਦੇ ਆਪਾਂ ਮਨੋਰੰਜਨ। ਮਨੋਰੰਜਨ ਸਾਡਾ ਮਨ ਪਰਚਾਵਾ। ਫਿਰ ਉਸ ਸੰਕਲਪ ਦੀ ਵਿਆਖਿਆ ਹੁੰਦੀ ਹੈ ਕਿ ਮਨੋਰੰਜਨ ਕਿਉਂ ਜ਼ਰੂਰੀ ਹੈ, ਮਨੋਰੰਜਨ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਮਨੋਰੰਜਨ ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਕਿੱਦਾਂ ਦਾ ਹੁੰਦਾ ਹੈ। ਇਸ ਵਿਸ਼ੇ 'ਤੇ ਅਸੀਂ ਵਿਸਥਾਰ ਕਰ ਸਕਦੇ ਹਾਂ ਇੱਕ ਹੀ ਪੈਰੇ 'ਚ। ਅਤੇ ਜਿਹੜੀ ਅਖੀਰਲੀ ਸਤਰ ਸਾਡੀ ਹੁੰਦੀ ਹੈ ਉਹ ਨਿਚੋੜ ਦੇ ਰੂਪ 'ਚ ਹੋਣੀ ਚਾਹੀਦੀ ਹੈ ਕਿ ਜਿਹੜੀ ਅਸੀਂ ਸਾਰੀ ਗੱਲ ਕੀਤੀ ਹੈ ਇੱਕ ਵਾਕ ਦੇ ਵਿੱਚ ਉਸ ਦਾ ਅਸੀਂ ਨਿਚੋੜ ਪੇਸ਼ ਕਰਨਾ ਹੁੰਦਾ ਹੈ, ਜਿਹਨੂੰ ਅਸੀਂ ਸਾਰੰਸ਼ ਕਹਿ ਸਕਦੇ ਹਾਂ। ਔਰ ਪੈਰਾ ਰਚਨਾ ਦੇ ਵਿੱਚ ਕੋਈ ਵੀ ਸਿਰਲੇਖ ਨਹੀਂ ਬਣਦਾ। ਇਸੇ ਤਰ੍ਹਾਂ ਮਨੋਰੰਜਨ 'ਤੇ ਤੁਹਾਡੀ ਪੁਸਤਕ ਦੇ ਵਿੱਚ ਵੀ ਹੈ। ਅੱਜ ਕੱਲ੍ਹ ਮਨੋਰੰਜਨ ਦਾ ਅਰਥ ਫਿਲਮਾਂ ਵੇਖਣਾ, ਨਾਚ ਗਾਣੇ ਸੁਣਨਾ ਆਦਿ ਤੋਂ ਲਿਆ ਜਾਂਦਾ ਹੈ, ਪਰ ਇਹ ਗੱਲ ਇੰਨੀ ਢੁਕਵੀਂ ਨਹੀਂ ਹੈ। ਸੋ ਆਪਣੇ ਤਰੀਕੇ ਦੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ। ਪੈਰਾ ਰਚਨਾ 'ਚ ਅਸੀਂ ਆਪਣੇ ਮੌਲਿਕ ਵਿਚਾਰ ਅਸੀਂ ਦੇ ਸਕਦੇ ਹਾਂ। ਜ਼ਰੂਰੀ ਨਹੀਂ ਕਿ ਕਿਸੇ ਕਿਤਾਬ 'ਚੋਂ ਜੋ ਗੱਲ ਕੀਤੀ ਹੈ ਅਸੀਂ ਉਹੀ ਆਪਣੇ ਪੈਰੇ ਦੇ ਵਿੱਚ ਕਰੀਏ। ਸਾਡੀ ਮੌਲਿਕਤਾ, ਸਾਡੇ ਨਿਵੇਕਲੇ ਵਿਚਾਰ ਹੋਣੇ ਚਾਹੀਦੇ ਹਨ। ਸੋ ਇਸੇ ਤਰ੍ਹਾਂ ਦੂਸਰਾ ਪੈਰਾ ਰਚਨਾ ਦੇ ਲਈ ਸਾਡੇ ਕੋਲ ਵਿਸ਼ਾ ਹੈ ਹਸਪਤਾਲ। ਸੋ ਹਸਪਤਾਲ ਦੇ ਵਿੱਚ ਪਹਿਲਾਂ ਸੰਕਲਪ ਸਪਸ਼ਟ ਕਰੋ ਕਿ ਰੋਗਾਂ ਦੇ ਇਲਾਜ ਦਾ ਸਥਾਨ ਹੁੰਦਾ ਹੈ, ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਦੂਸਰੀ ਗੱਲ ਕਿ ਹਸਪਤਾਲ ਕਿਉਂ ਜ਼ਰੂਰੀ ਨੇ, ਹਸਪਤਾਲ ਕਿਵੇਂ ਦੇ, ਕਿਸ ਤਰ੍ਹਾਂ ਦੇ ਹੁੰਦੇ ਨੇ, ਕਿੰਨੀ ਤਰ੍ਹਾਂ ਦੇ ਹੁੰਦੇ ਨੇ ਔਰ ਇਹਨਾਂ ਦਾ ਮਹੱਤਵ ਕੀ ਹੈ, ਔਰ ਹਸਪਤਾਲਾਂ ਦੇ ਵਿੱਚ ਕਮੀਆਂ ਜਾਂ ਇਹਨਾਂ ਦੇ ਸੁਧਾਰ ਦੀ ਕਿਹੜੀ ਗੱਲ ਹੋ ਸਕਦੀ ਹੈ, ਜਾਂ ਕੋਈ ਇਸ ਨੁਕਤੇ 'ਤੇ ਵੀ ਅਸੀਂ ਗੱਲ ਕਰ ਸਕਦੇ ਹਾਂ ਕਿ ਜਿਹੜੇ ਹਸਪਤਾਲ ਨੇ ਸਾਡੀ ਜ਼ਿੰਦਗੀ ਦੇ ਵਿੱਚ ਕਿੱਡਾ ਕੁ ਵੱਡਾ ਰੋਲ ਅਦਾ ਕਰ ਰਹੇ ਨੇ। ਅਤੇ ਸਾਰਾਂਸ਼ ਦੇ ਰੂਪ 'ਚ ਇੱਕ ਤੁਕ ਦੇ ਵਿੱਚ, ਇੱਕ ਵਾਕ ਦੇ ਵਿੱਚ ਜਾਂ ਦੋ ਵਾਕਾਂ ਦੇ ਵਿੱਚ ਅਸੀਂ ਨਿਚੋੜ ਦੇਣਾ ਹੁੰਦਾ ਹੈ ਪੈਰੇ ਦੇ ਅਖੀਰ 'ਤੇ, ਜੋ ਅਸੀਂ ਪੈਰੇ 'ਚ ਸਾਰੀ ਗੱਲ ਕੀਤੀ ਹੁੰਦੀ ਹੈ। ਇਸੇ ਤਰ੍ਹਾਂ ਇਹ ਵਿਸ਼ਾ ਪੈਰਾ ਰਚਨਾ ਦਾ ਹਸਪਤਾਲ ਤੁਹਾਡੀ ਪੁਸਤਕ ਦੇ ਵਿੱਚ ਹੀ ਹੈ, ਤੁਸੀਂ ਪੜ੍ਹ ਵੀ ਸਕਦੇ ਹੋ ਔਰ ਆਪਣੇ ਮੌਲਿਕ ਵਿਚਾਰ ਦੇਣੇ ਚਾਹੀਦੇ। ਇਸੇ ਤਰ੍ਹਾਂ ਹੀ ਪੰਜਾਬ ਵਿੱਚ ਪਾਣੀ ਬਚਾਉਣ ਦੇ ਆਮ ਤਰੀਕੇ, ਮੰਨ ਲਓ ਇਹ ਸਾਡੇ ਕੋਲ ਵਿਸ਼ਾ ਹੈ ਅਤੇ ਇਸ ਵਿੱਚ ਅਸੀਂ ਜਿਹੜੇ ਪੰਜਾਬ ਵਿੱਚ ਪਾਣੀ ਨੂੰ ਬਚਾਉਣ ਦੇ ਆਮ ਤਰੀਕੇ ਨੇ ਉਹਨਾਂ ਦੀ ਗੱਲ ਕਰਨੀ ਹੈ ਔਰ ਉਹਨਾਂ ਨੁਕਤਿਆਂ 'ਤੇ ਅਸੀਂ ਆਪਣੀ ਵਿਚਾਰ ਚਰਚਾ ਜਿਹੜੀ ਸਾਰੀ ਸਮੇਟਣੀ ਹੈ। ਪਹਿਲਾਂ ਤਾਂ ਸੰਕਲਪ ਸਪਸ਼ਟ ਕਰਨਾ ਪਏਗਾ ਕਿ ਜਿਹੜਾ ਵਿਸ਼ਾ ਸਾਨੂੰ ਦਿੱਤਾ ਉਹ ਹੈ ਕੀ ਹੈ, ਕਿ ਪੰਜਾਬ ਵਿੱਚ ਘਟ ਰਹੇ ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਪਾਣੀ ਦੀ ਬੱਚਤ ਦੇ ਵੱਖ-ਵੱਖ ਢੰਗ ਅਪਣਾਏ ਜਾ ਸਕਦੇ ਨੇ, ਕਿਉਂਕਿ ਪੰਜਾਬ ਵਿੱਚ ਪਾਣੀ ਦਾ ਸੰਕਟ ਹੈ। ਇਹ ਅਸੀਂ ਪਹਿਲੇ ਇੱਕ ਦੋ ਵਾਕਾਂ ਦੇ ਵਿੱਚ ਗੱਲ ਕਰ ਸਕਦੇ ਹਾਂ। ਅੱਗੇ ਅਸੀਂ ਇਸ ਸੰਕਲਪ ਦੀ ਵਿਆਖਿਆ ਕਰ ਸਕਦੇ ਹਾਂ। ਵਿਆਖਿਆ ਕਿੱਦਾਂ ਕਰਨੀ ਹੈ, ਅਸੀਂ ਦੱਸ ਸਕਦੇ ਹਾਂ ਕਿ ਆਮ ਤਰੀਕਾ ਕੀ ਹੈ ਕਿ ਟੂਟੀਆਂ ਤੋਂ, ਨਲਕਿਆਂ ਤੋਂ ਸਾਡਾ ਨੌਜਵਾਨ, ਸਾਡੇ ਵਿਦਿਆਰਥੀ ਮੰਨ ਲਓ ਬੁੱਕਾਂ ਦੇ ਨਾਲ ਪਾਣੀ ਪੀਂਦੇ ਆ, ਪਾਣੀ ਘੱਟ ਪੀਂਦੇ ਆ, ਥੱਲੇ ਜ਼ਿਆਦਾ ਡੁੱਲਦਾ ਅਤੇ ਹੱਥਾਂ ਵਿੱਚ ਚੂਲੀਆਂ ਭਰਨ ਨਾਲੋਂ ਭਾਂਡਿਆਂ ਦੀ, ਗਲਾਸ ਦੀ, ਕੌਲੀ ਦੀ ਵਰਤੋਂ ਕਰ ਲਈ ਜਾਏ, ਪਾਣੀ ਬਚ ਸਕਦਾ। ਦੂਸਰਾ ਆਮ ਨੁਕਤਾ ਕੀ ਹੋ ਸਕਦਾ ਕਿ ਨਹਾਉਂਦੇ ਹਾਂ, ਦੋ ਚਾਰ ਪਾਣੀ ਦੀਆਂ ਬਾਲਟੀਆਂ ਅਸੀਂ ਅਜਾਈਂ ਗਾਉਂਦੇ ਹਾਂ ਤਾਂ ਨਹਾਉਣ ਦੇ ਲਈ ਇੱਕ ਬਾਲਟੀ ਦੀ ਸੀਮਾ ਰੱਖ ਲਈ ਜਾਏ, ਆਮ ਤਰੀਕਾ ਹੈ, ਅਸੀਂ ਗੱਲ ਕਰ ਸਕਦੇ ਹਾਂ। ਇਸ ਪੈਰੇ ਦੇ ਵਿੱਚ ਵਾਧੂ ਪਾਣੀਆਂ ਨੂੰ ਨਾਲੀਆਂ ਵਿੱਚ ਡੋਲ੍ਹਣ ਨਾਲੋਂ ਇਸ ਦੀ ਖੇਤਾਂ 'ਚ ਵਰਤੋਂ ਕੀਤੀ ਜਾਏ, ਉਹ ਪਾਣੀ ਖੇਤਾਂ ਨੂੰ ਦੇ ਦਿੱਤਾ ਜਾਏ, ਉੱਥੇ ਅਸੀਂ ਪਾਣੀ ਬਚਾ ਸਕਦੇ ਹਾਂ। RO ਪ੍ਰਣਾਲੀ ਜਿਹੜੀ ਸਾਡੇ ਘਰਾਂ ਦੇ ਵਿੱਚ ਆਮ ਵਰਤੀ ਜਾ ਰਹੀ ਹੈ, RO ਸਿਸਟਮ ਪਾਣੀ ਨੂੰ ਸਾਫ਼ ਕਰਨ ਦੇ ਲਈ, ਉਹ 3 ਗੁਣਾ ਵਿਅਰਥ ਪਾਣੀ ਜਿਹੜਾ ਇੱਕ ਪਾਈਪ ਰਾਹੀਂ ਜਾਂਦਾ ਹੈ, ਜੇ ਉਸ ਪਾਣੀ ਨੂੰ ਵਿਅਰਥ ਹੋ ਰਹੇ ਪਾਣੀ ਨੂੰ ਅਸੀਂ ਇੱਕ ਜਗ੍ਹਾ 'ਤੇ ਉਹਨੂੰ ਸਟੋਰ ਕਰ ਲੈਂਦੇ ਹਾਂ ਤਾਂ ਉਹਨੂੰ ਭਾਂਡੇ ਸਾਫ਼ ਕਰਨ ਲਈ ਵਰਤਿਆ ਜਾ ਸਕਦਾ। ਇਹ ਵੀ ਆਮ ਤਰੀਕਾ ਹੋ ਸਕਦਾ। ਬਾਰਿਸ਼ ਦੇ ਪਾਣੀ ਨੂੰ ਜਮ੍ਹਾਂ ਕਰਕੇ ਉਸ ਦੀ ਖੇਤਾਂ 'ਚ ਵਰਤੋਂ ਕੀਤੀ ਜਾ ਸਕਦੀ ਹੈ, ਜਾਂ ਭਾਂਡੇ ਧੋਣ ਵਾਲੇ ਵਰਤੇ ਜਾਂਦੇ ਪਾਣੀ ਨੂੰ ਬਾਗ ਬਗੀਚੀ ਲਈ ਵੀ ਵਰਤਿਆ ਜਾ ਸਕਦਾ। ਇਹ ਸਾਡੇ ਆਮ ਤਰੀਕੇ ਨੇ ਜਿਨ੍ਹਾਂ 'ਤੇ ਅਸੀਂ ਆਪਣੇ ਇਸ ਪੈਰਾ ਰਚਨਾ ਦੇ ਵਿੱਚ ਗੱਲ ਕਰ ਸਕਦੇ ਹਾਂ। ਅਤੇ ਜਦੋਂ ਸਾਰਾਂਸ਼ ਦੀ ਗੱਲ ਆਉਂਦੀ ਹੈ ਅਤੇ ਅਖੀਰਲਾ ਇੱਕ ਵਾਕ ਅਸੀਂ ਦੇ ਦੇਣਾ ਹੁੰਦਾ ਕਿ ਇਸ ਤਰ੍ਹਾਂ ਇਹਨਾਂ ਆਮ ਤਰੀਕਿਆਂ ਰਾਹੀਂ ਪੰਜਾਬ ਵਿੱਚ ਪਾਣੀ ਨੂੰ ਬਚਾ ਸਕਦੇ ਹਾਂ। ਸੋ ਇਹ ਇੱਕ ਅਭਿਆਸ ਵਜੋਂ ਤੁਹਾਡੇ ਨਾਲ ਵਿਚਾਰ ਚਰਚਾ ਕੀਤੀ ਹੈ ਕਿ ਪੈਰਾ ਰਚਨਾ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਸੋਚ ਵਿਚਾਰ ਕਰਕੇ ਅਸੀਂ ਕਰ ਸਕਦੇ ਹਾਂ। ਔਰ
ਅਭਿਆਸ ਲਈ ਤੁਹਾਡੇ ਲਈ ਪੈਰਾ ਰਚਨਾ ਦੇ ਲਈ ਕੁਝ ਵਿਸ਼ੇ ਅਸੀਂ ਲਏ ਨੇ। ਤੁਸੀਂ ਕਿਰਤ 'ਤੇ ਲਿਖ ਸਕਦੇ ਹੋ ਪੈਰਾ ਰਚਨਾ, ਸਫਾਈ 'ਤੇ ਲਿਖ ਸਕਦੇ ਹੋ, ਔਰ ਨੈਤਿਕ ਕਦਰਾਂ ਕੀਮਤਾਂ 'ਤੇ ਪੈਰਾ ਰਚਨਾ ਕਰ ਸਕਦੇ ਹੋ, ਫੈਸ਼ਨ 'ਤੇ ਕਰ ਸਕਦੇ ਹੋ, ਪਾਣੀ ਦਾ ਸਦ ਉਪਯੋਗ ਇਸ 'ਤੇ ਕਰ ਸਕਦੇ ਹੋ। ਕਹਿਣ ਦਾ ਭਾਵ ਇਹ ਹੈ ਕਿ ਪੈਰਾ ਰਚਨਾ ਦੇ ਵਿੱਚ ਦੁਨੀਆ ਦਾ, ਬ੍ਰਹਿਮੰਡ ਦਾ ਕੋਈ ਵੀ ਵਿਸ਼ਾ ਆ ਸਕਦਾ, ਪਰੰਤੂ ਇੱਕ ਪੈਰੇ ਦੇ ਵਿੱਚ ਇਹ ਰਚਨਾ ਹੋਣੀ ਚਾਹੀਦੀ ਹੈ। ਬਹੁਤ ਸੰਖੇਪ, ਸੰਜਮੀ, ਸਪਸ਼ਟ ਅਤੇ ਮੌਲਿਕ ਹੋਣੀ ਚਾਹੀਦੀ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਇਹ ਪੈਰਾ ਰਚਨਾ ਕਰਨ ਦੇ ਜਿਹੜੇ ਨੁਕਤੇ ਤੁਹਾਡੇ ਨਾਲ ਵਿਚਾਰੇ ਨੇ, ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ, ਮੌਲਿਕ ਢੰਗ ਦੇ ਨਾਲ ਇਹ ਪੈਰਾ ਰਚਨਾ ਕਰਕੇ ਪੈਰਾ ਰਚਨਾ ਦੇ ਵਿੱਚ ਚੰਗੀ ਮੁਹਾਰਤ ਹਾਸਲ ਕਰੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।